ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਚੇਤਨ ਭਾਰਤ ਲਰਨਿੰਗ ਤੇ ਵੈਲਕਮ ਬੈਕ ਟੂ ਆਰ ਰਿਵੀਜ਼ਨ ਮੋਡਿਊਲ ਫॉर ਪੰਜਾਬ ਕੋਆਪਰੇਟਿਵ ਇੰਸਪੈਕਟਰ ਐਗਜ਼ਾਮੀਨੇਸ਼ਨ। ਤੁਸੀਂ ਜਾਣਦੇ ਹੋ ਇਸ ਲੈਕਚਰ ਸੀਰੀਜ਼ ਦੇ ਵਿੱਚ ਮੈਂ ਤੁਹਾਡੀ ਜੀਕੇ ਇਕਨੋਮੀ ਦੀ ਰਿਵੀਜ਼ਨ ਕਰਾ ਰਿਹਾ ਥਰੂ MCQs। ਤਾਂ MCQs ਰਾਹੀਂ ਅਸੀਂ ਪੂਰੇ ਜੀਕੇ ਇਕਨੋਮੀ ਦੇ ਪੋਰਸ਼ਨ ਨੂੰ ਰਿਵਾਈਜ਼ ਕਰਾਂਗੇ। ਆਲਰਾਈਟ, ਨਾਓ ਅੱਜ ਹੈਗਾ ਡੇ 6 ਫॉर आवर ਲੈਕਚਰ ਸੀਰੀਜ਼। ਇੰਡੀਅਨ ਇਕਨੋਮੀ ਦੇ ਪੂਰੇ ਪੋਰਸ਼ਨ ਨੂੰ ਅਸੀਂ 5 ਲੈਕਚਰਸ ਦੇ ਵਿੱਚ ਕਾਫੀ ਹੱਦ ਤੱਕ ਕਾਫੀ ਸਿਲੇਬਸ ਨੂੰ ਕਵਰ ਕਰ ਚੁੱਕੇ ਹਾਂ। ਅੱਜ ਡੇ 6 ਹੈਗਾ ਤੇ ਡੇ 6 ਦੇ ਵਿੱਚ ਜਿਹੜਾ ਟੌਪਿਕ ਅਸੀਂ MCQs ਰਾਹੀਂ ਕਵਰ ਕਰਾਂਗੇ ਉਹ ਹੈਗਾ ਫਾਈਨੈਂਸ਼ੀਅਲ ਮਾਰਕੀਟਸ ਦਾ। ਆਲਰਾਈਟ, ਤਾਂ ਬਿਨਾਂ ਕਿਸੇ ਦੇਰੀ ਦੇ ਲੈਟਸ ਸਟਾਰਟ ਵਿਦ ਦ ਫਰਸਟ MCQ। ਆਲਰਾਈਟ, ਕੁਐਸਚਨ ਨੰਬਰ 1, ਠੀਕ ਹੈ, ਇਹ ਪੂਰਾ ਫਾਈਨੈਂਸ਼ੀਅਲ ਮਾਰਕੀਟ ਦੇ ਟੌਪਿਕ ਨੂੰ ਅਸੀਂ ਕਵਰ ਕਰਾਂਗੇ ਥਰੂ MCQs। ਓਕੇ, consider the following statements. Maturity of money market instruments is less than 1 year. Both organized and unorganized segments of money market are regulated by RBI. Now ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਫਾਈਨੈਂਸ਼ੀਅਲ ਮਾਰਕੀਟਸ ਕੀ ਹੁੰਦੀਆਂ। देखो ਅਸੀਂ ਗੱਲ ਕਰਦੇ ਹਾਂ ਕਿ ਟਿੰਬਰ ਮਾਰਕੀਟ ਹੁੰਦੀ ਹੈ, ਇੱਕ ਇਲੈਕਟ੍ਰੋਨਿਕਸ ਮਾਰਕੀਟ ਹੁੰਦੀ ਹੈ, ਹਨਾ, ਟੀਵੀ ਮਾਰਕੀਟ ਹੁੰਦੀ ਹੈ। ਤਾਂ ਟੀਵੀ ਮਾਰਕੀਟ ਕਿਹੜੀ ਮਾਰਕੀਟ ਹੁੰਦੀ ਹੈ? ਇਲੈਕਟ੍ਰੋਨਿਕਸ ਮਾਰਕੀਟ ਕਿਹੜੀ ਮਾਰਕੀਟ ਹੁੰਦੀ ਹੈ? ਟੀਵੀ ਮਾਰਕੀਟ ਉਹ ਮਾਰਕੀਟ ਹੁੰਦੀ ਹੈ ਜਿੱਥੇ ਟੀਵੀ ਖਰੀਦਿਆ ਜਾਂ ਵੇਚਿਆ ਜਾਂਦਾ ਹੈ। ਇਲੈਕਟ੍ਰੋਨਿਕਸ ਮਾਰਕੀਟ ਉਹ ਹੁੰਦੀ ਹੈ ਜਿੱਥੇ ਇਲੈਕਟ੍ਰੋਨਿਕ ਆਈਟਮਸ ਖਰੀਦੀਆਂ ਜਾਂ ਵੇਚੀਆਂ ਜਾਂਦੀਆਂ, ਰਾਈਟ। ਤਾਂ ਫਾਈਨੈਂਸ਼ੀਅਲ ਮਾਰਕੀਟ ਕਿਹੜੀ ਹੁੰਦੀ ਹੈ? ਜਿੱਥੇ ਫਾਈਨੈਂਸ ਖਰੀਦਿਆ ਜਾਂ ਵੇਚਿਆ ਜਾਂਦਾ ਹੈ। ਤੁਸੀਂ ਫਾਈਨੈਂਸ ਪੈਸਾ ਲੈ ਰਹੇ ਹੋ ਤੇ ਅੱਗੇ ਦੇ ਰਹੇ ਹੋ, ਰਾਈਟ। ਤਾਂ ਫਾਈਨੈਂਸ਼ੀਅਲ ਮਾਰਕੀਟਸ ਉਹ ਮਾਰਕੀਟਸ ਹੈਗੀਆਂ ਜਿੱਥੇ ਪੈਸਾ ਫਾਈਨੈਂਸ ਲੈਂਡ ਕੀਤਾ ਜਾਂਦਾ ਹੈ ਜਾਂ ਬੋਰੋ ਕੀਤਾ ਜਾਂਦਾ ਹੈ ਜਾਂ ਇਨਵੈਸਟ ਕੀਤਾ ਜਾਂਦਾ ਹੈ, ਰਾਈਟ। ਤਾਂ ਫਾਈਨੈਂਸ਼ੀਅਲ ਮਾਰਕੀਟਸ ਦੇ ਪਾਰਟ ਹੁੰਦੇ ਆ ਬੈਂਕਸ, NBFCs, ਸ਼ੇਅਰ ਮਾਰਕੀਟ, ਬੌਂਡ ਮਾਰਕੀਟ, ਇਹ ਸਾਰੇ ਫਾਈਨੈਂਸ਼ੀਅਲ ਮਾਰਕੀਟਸ ਦੇ ਅੰਗ ਨੇ। ਨਾ ਫਾਈਨੈਂਸ਼ੀਅਲ ਮਾਰਕੀਟਸ ਦੋ ਤਰ੍ਹਾਂ ਦੀ ਹੁੰਦੀ ਹੈ, ਦੋ ਕਨਸਟੀਟੂਐਂਟਸ ਹੈਗੇ ਫਾਈਨੈਂਸ਼ੀਅਲ ਮਾਰਕੀਟਸ ਦੇ। ਇੱਕ ਤਾਂ ਹੁੰਦੀ ਹੈ ਮਨੀ ਮਾਰਕੀਟ ਤੇ ਦੂਜੀ ਹੁੰਦੀ ਹੈ ਕੈਪੀਟਲ ਮਾਰਕੀਟ, ਠੀਕ ਹੈ। ਮਨੀ ਮਾਰਕੀਟ ਉਹ ਮਾਰਕੀਟ ਹੁੰਦੀ ਹੈ ਜਿੱਥੇ ਪੈਸਾ ਆਪਣਾ ਲੈਂਡ ਕੀਤਾ ਜਾਂਦਾ ਹੈ ਜਾਂ ਪੈਸੇ ਦੀ ਜਿਹੜੀ ਲੈਣ ਦੇਣ ਹੁੰਦੀ ਹੈ ਉਸ ਦੀ ਮੈਚੁਰਿਟੀ 1 ਈਅਰ ਤੋਂ ਘੱਟ ਹੋਣੀ ਚਾਹੀਦੀ ਹੈ। ਤਾਂ ਫੰਡਸ ਇੱਥੇ ਮਨੀ ਮਾਰਕੀਟ ਦੇ ਵਿੱਚ ਫੰਡਸ ਦਾ ਲੈਣ ਦੇਣ ਜਿੱਥੇ ਹੋ ਰਿਹਾ ਹੈ, ਫੰਡਸ ਦਾ ਲੈਣ ਦੇਣ ਫॉर ਅ ਪੀਰੀਅਡ ਆਫ ਲੈਸ ਦੈਨ 1 ਈਅਰ ਹੁੰਦਾ ਹੈ, ਠੀਕ ਹੈ, ਉਸ ਨੂੰ ਅਸੀਂ ਮਨੀ ਮਾਰਕੀਟ ਕਹਿੰਦੇ ਹਾਂ। ਤੇ ਜਿੱਥੇ ਫੰਡਸ ਦਾ ਲੈਣ ਦੇਣ ਫॉर ਅ ਪੀਰੀਅਡ ਮੋਰ ਦੈਨ 1 ਈਅਰ ਹੁੰਦਾ ਹੈ ਉਸ ਨੂੰ ਅਸੀਂ ਕੈਪੀਟਲ ਮਾਰਕੀਟ ਕਹਿੰਦੇ ਹਾਂ, ठीक है। तो मनी मार्केट होगी शॉर्ट टर्म फाइनेंशियल मार्केट, कैपिटल मार्केट होगी लॉन्ग टर्म फाइनेंशियल मार्केट, ठीक है। तो मनी मार्केट के भी दो पार्ट्स ने, एक होंदी है ऑर्गेनाइज्ड मनी मार्केट, एक होंदी है अनऑर्गेनाइज्ड मनी मार्केट, ठीक है। ना अनऑर्गेनाइज्ड मार्केट तो अनऑर्गेनाइज्ड है ते अनरेगुलेटेड भी है। जेडी ऑर्गेनाइज्ड मनी मार्केट है, ठीक है, उसनू रेगुलेट करता है तुहाडा RBI। क्लियर? The maturity of money market instruments is less than 1 year, बिल्कुल सही। Both organized and unorganized segment of money market are regulated by RBI, ना only organized। ता option 1 is correct। Clear? चलो आगे चलते हैं। Question number 2, which of the following statement is incorrect regarding treasury bills? Now treasury bills ਉਹ short term borrowing instruments ਹੈਗੇ हैं ਜਿਹਦੇ ਰਾਹੀਂ ਗਵਰਨਮੈਂਟ ਪੈਸਾ ਬੋਰੋ ਕਰਦੀ ਹੈ, ਠੀਕ ਹੈ। ਗਵਰਨਮੈਂਟ ਟ੍ਰੈਜਰੀ ਬਿੱਲ ਇਸ਼ੂ ਕਰਦੀ ਹੈ ਤੇ ਉਹਨਾਂ ਟ੍ਰੈਜਰੀ ਬਿਲਸ ਦੇ ਰਾਹੀਂ ਗਵਰਨਮੈਂਟ ਪੈਸਾ ਬੋਰੋ ਕਰਦੀ ਹੈ ਫॉर ਅ ਪੀਰੀਅਡ ਆਫ 91 ਡੇਜ਼ ਔਰ ਫॉर ਅ ਪੀਰੀਅਡ ਆਫ 182 ਡੇਜ਼ ਔਰ ਫॉर ਅ ਪੀਰੀਅਡ ਆਫ 364 ਡੇਜ਼, ਠੀਕ ਹੈ। ਤਾਂ ਟ੍ਰੈਜਰੀ ਬਿਲਸ ਜਿਹੜੇ 91 ਡੇਜ਼ ਦੇ ਲਈ ਇਸ਼ੂ ਕੀਤੇ ਜਾਂਦੇ ਆ, ਫॉर एग्जांपल 91 ਡੇਜ਼ ਦੇ ਲਈ ਗਵਰਨਮੈਂਟ ਪੈਸਾ ਬੋਰੋ ਕਰ ਰਹੀ ਹੈ ਤੇ 91 ਡੇਜ਼ ਬਾਅਦ इंटरेस्ट समेत ਤੁਹਾਨੂੰ ਪੈਸਾ ਵਾਪਸ ਕਰ ਦੂਗੀ, ਉਹਨਾਂ ਨੂੰ ਅਸੀਂ ਟ੍ਰੈਜਰੀ ਬਿਲ T91 ਕਹਿੰਦੇ ਆ। ਫॉर 182 ਡੇਜ਼ T182, ਫॉर 364 ਵੀ ਸੇ T364। ਨਾਓ ਇੱਕ ਸਾਲ ਦੇ ਵਿੱਚ ਤਾਂ 365 ਡੇਜ਼ ਹੁੰਦੇ ਆ। ਤਾਂ ਇਹ ਤਿੰਨੇ ਮਨੀ ਮਾਰਕੀਟ ਇਨਸਟਰੂਮੈਂਟਸ ਨੇ, ਹਨਾ। ਟ੍ਰੈਜਰੀ ਬਿਲਸ ਆਰ ਮਨੀ ਮਾਰਕੀਟ ਇਨਸਟਰੂਮੈਂਟਸ। these are short term government borrowing instruments, yes, these can be issued by both central and state governments, na only central government। central government ਹੀ issue ਕਰ ਸਕਦੀ ਹੈ T bills, state governments ਨਹੀਂ ਕਰ ਸਕਦੀ। These are zero coupon bonds of the government, yes, ਇਹ interest bearing ਨਹੀਂ ਹੁੰਦੇ। These are highly liquid and zero risk investment instrument because of sovereign guarantee। ਟ੍ਰੈਜਰੀ ਬਿਲਸ ਕੌਣ ਇਸ਼ੂ ਕਰਦਾ ਹੈ? ਗਵਰਨਮੈਂਟ, ਠੀਕ ਹੈ। ਤੇ ਜੇ ਤੁਸੀਂ ਟ੍ਰੈਜਰੀ ਬਿਲ ਦੇ ਵਿੱਚ ਪੈਸਾ ਇਨਵੈਸਟ ਕਰਦੇ ਹੋ ਤਾਂ ਤੁਹਾਡੇ ਪੈਸੇ ਵਾਪਸ ਆਉਣ ਦੀ ਗਾਰੰਟੀ ਪੂਰੀ ਹੁੰਦੀ ਹੈ, ਬਿਕੋਜ਼ ਉਸ ਦੀ ਗਾਰੰਟੀ ਗਵਰਨਮੈਂਟ ਲੈਂਦੀ ਹੈ। ਤੇ ਅਸੀਂ ਜਾਣਦੇ ਹਾਂ ਕਿ ਗਵਰਨਮੈਂਟ ਨੈਵਰ ਡਿਫਾਲਟਸ। ਜੇ ਤੁਸੀਂ ਗਵਰਨਮੈਂਟ ਨੂੰ ਪੈਸਾ ਦੇ ਰਹੇ ਹੋ ਤਾਂ ਗਵਰਨਮੈਂਟ ਪੱਕਾ ਤੁਹਾਡਾ ਪੈਸਾ ਮੋੜੇਗੀ, ਰਾਈਟ। ਇਸੇ ਕਰਕੇ ਟ੍ਰੈਜਰੀ ਬਿਲਸ ਆਰ ਮੋਸਟ ਸਿਕਿਉਰ ਫਾਰਮ ਆਫ ਇਨਵੈਸਟਮੈਂਟ। ਤੁਹਾਡਾ ਪੈਸਾ ਵਾਪਸ ਆਊਗਾ ਬਿਕੋਜ਼ ਆਫ ਸੋਵਰਨ ਗਾਰੰਟੀ। ਇਹ ਵੀ ਸਹੀ ਹੈ। ਤਾਂ ਗਲਤ ਕਿਹੜੀ ਸਟੇਟਮੈਂਟ ਹੈਗੀ ਹੈ? B। ਤੇ ਤੁਹਾਡੇ ਤੋਂ ਇਨਕਰੈਕਟ ਹੀ ਪੁੱਛਿਆ ਹੋਇਆ ਸੀ। क्लियर? क्वेश्चन नंबर 3,
Which of the following statements regarding Discount and Finance House of India is incorrect? Now Discount and Finance House of India ना ਉਹ ਮਾਰਕੀਟ ਹੈਗੀ ਹੈ ਜਿੱਥੇ ਮਨੀ ਮਾਰਕੀਟ ਇੰਸਟਰੂਮੈਂਟਸ ਟ੍ਰੇਡ ਹੁੰਦੇ ਆ। ਫੋਰ ਐਗਜ਼ਾਮਪਲ ਨੈਸ਼ਨਲ ਸਟਾਕ ਐਕਸਚੇਂਜ, ਬੰਬੇ ਸਟਾਕ ਐਕਸਚੇਂਜ ਉਹ ਮਾਰਕੀਟ ਹੈਗੀ ਹੈ ਜਿੱਥੇ ਸ਼ੇਅਰਸ ਟ੍ਰੇਡ ਹੁੰਦੇ ਆ, ਸ਼ੇਅਰ ਮਾਰਕੀਟ ਹੈ ਨਾ। ਤਾਂ ਜਿੱਥੇ ਮਨੀ ਮਾਰਕੀਟ ਇੰਸਟਰੂਮੈਂਟਸ ਟ੍ਰੇਡ ਹੁੰਦੇ ਆ ਨਾ ਉਹ ਹੈਗਾ ਡਿਸਕਾਊਂਟ ਐਂਡ ਫਾਈਨੈਂਸ਼ੀਅਲ ਹਾਊਸ, ਫਾਈਨਾਂਸ ਹਾਊਸ ਆਫ ਇੰਡੀਆ। It helps in discounting and rediscounting of money market instruments. Yes, it has been assigned the status of primary dealer. ਇਹ ਤੁਸੀਂ ਯਾਦ ਰੱਖਣਾ ਹੈ, ਇਸ ਨੂੰ primary dealer ਵੀ ਕਹਿੰਦੇ ਆ। It is a major financial regulator of financial market instruments. ਨਾ ਇਹ regulator ਨਹੀਂ ਹੈ, because financial instruments ਨੂੰ regulate RBI ਕਰਦਾ ਹੈ। Discount and Finance House of India ਤਾਂ ਸਿਰਫ market place ਹੈਗੀ ਹੈ। ਤੇ it is also involved in securities underwriting. Now ਤੁਹਾਡੇ ਚੋਂ ਬਹੁਤ ਸਾਰੇ ਸਟੂਡੈਂਟਸ ਹੋਣਗੇ ਜਿਨ੍ਹਾਂ ਨੂੰ ਅੰਡਰਰਾਈਟਿੰਗ ਬਾਰੇ ਪਤਾ ਹੈ, ਪਰ ਜੇ ਤੁਹਾਨੂੰ ਅੰਡਰਰਾਈਟਿੰਗ ਬਾਰੇ ਨਹੀਂ ਵੀ ਪਤਾ ਟੈਨਸ਼ਨ ਨਾ ਲਓ, ਬਸ ਰੱਟਾ ਮਾਰ ਲਓ ਕਿ ਅੰਡਰਰਾਈਟਿੰਗ ਦਾ ਕੰਮ ਵੀ ਕਰਦਾ ਡਿਸਕਾਊਂਟ ਐਂਡ ਫਾਈਨਾਂਸ ਹਾਊਸ ਆਫ ਇੰਡੀਆ। ਠੀਕ ਹੈ, ਇਹਦੀ ਐਕਸਪਲੇਨੇਸ਼ਨ ਚ ਜਾਣ ਦੀ ਲੋੜ ਨਹੀਂ, ਟਾਈਮ ਬਹੁਤ ਘੱਟ ਰਹਿ ਗਿਆ, ਬਸ ਤੁਸੀਂ ਯਾਦ ਰੱਖਿਓ। ਕਲੀਅਰ? ਤੁਹਾਡਾ ਐਮਸੀਕਿਊ ਨਹੀਂ ਗਲਤ ਹੋਣਾ ਜੇ ਤੁਸੀਂ ਬਸ ਯਾਦ ਰੱਖਦੇ ਹੋ ਕਿ ਸਿਕਿਉਰਿਟੀਜ਼ ਅੰਡਰਰਾਈਟਿੰਗ ਦਾ ਕੰਮ ਕਰ ਰਿਹਾ DFHI। ਤਾਂ ਇਨਕਰੈਕਟ ਪੁੱਛਿਆ ਸੀ C ਆਪਸ਼ਨ। ਆਲਰਾਈਟ, ਕੁਐਸਚਨ 4, ਕੰਸੀਡਰ ਦ ਫੋਲੋਇੰਗ ਸਟੇਟਮੈਂਟ। IPO, ਇਨੀਸ਼ੀਅਲ ਪਬਲਿਕ ਆਫਰ ਤੇ ਫੋਲੋ ਔਨ ਪਬਲਿਕ ਆਫਰ ਆਰ ਐਗਜ਼ਾਮਪਲ ਆਫ ਪ੍ਰਾਇਮਰੀ ਮਾਰਕੀਟਸ। ਨਾ ਜਿਹੜੀ ਫਾਈਨੈਂਸ਼ੀਅਲ ਮਾਰਕੀਟਸ ਹੁੰਦੀਆਂ ਨਾ ਉਹਨਾਂ ਨੂੰ ਤੁਸੀਂ ਦੋ ਪਾਰਟਸ ਦੇ ਵਿੱਚ, ਸਪੈਸ਼ਲੀ ਕੈਪੀਟਲ ਮਾਰਕੀਟਸ ਜਿਹੜੀ ਹੁੰਦੀਆਂ ਉਹਨਾਂ ਨੂੰ ਤੁਸੀਂ ਦੋ ਪਾਰਟਸ 'ਚ ਡਿਵਾਈਡ ਕਰ ਲੈਂਦੇ ਹੋ, ਪ੍ਰਾਇਮਰੀ ਤੇ ਸੈਕੰਡਰੀ। ਪ੍ਰਾਇਮਰੀ ਮਾਰਕੀਟ ਕੀ ਹੁੰਦੀ ਹੈ? ਫੋਰ ਐਗਜ਼ਾਮਪਲ ਮੇਰੀ ਕੰਪਨੀ ਹੈ, ਮੈਂ ਆਪਣੀ ਕੰਪਨੀ ਦੇ ਸ਼ੇਅਰ ਇਸ਼ੂ ਕਰਦਾ, ਤਾਂ ਮੈਂ ਸ਼ੇਅਰ ਇਸ਼ੂ ਕਰਕੇ ਮਾਰਕੀਟ ਦੇ ਵਿੱਚ ਵੇਚ ਰਿਹਾ, ਤਾਂ ਮੈਂ ਪ੍ਰਾਇਮਰੀ ਮਾਰਕੀਟ ਦੇ ਵਿੱਚ ਵੇਚ ਰਿਹਾ। ਤਾਂ ਜਿਸ ਇਨਸਾਨ ਨੂੰ ਮੈਂ ਸ਼ੇਅਰ ਆਪਣੇ ਵੇਚੇ ਸੀ ਉਹ ਇਨਸਾਨ ਅੱਗੇ ਕਿਸੇ ਹੋਰ ਥਰਡ ਪਰਸਨ ਨੂੰ ਵੇਚ ਦਿੰਦਾ, ਉਹ ਥਰਡ ਪਰਸਨ ਹੋਰ ਕਿਸੇ ਫੋਰਥ ਪਰਸਨ ਨੂੰ ਵੇਚ ਦਿੰਦਾ, ਰਾਈਟ। ਉਹ ਅੱਗੇ ਜਿਹੜੀ ਆ ਜੇ ਅੱਗੇ ਸਿਕਿਉਰਿਟੀ ਜਿਹੜੀਆਂ ਵਿਕ ਰਹੀਆਂ, ਠੀਕ ਹੈ, ਉਹਨਾਂ ਨੂੰ ਅਸੀਂ ਸੈਕੰਡਰੀ ਮਾਰਕੀਟ ਕਹਿੰਦੇ ਹਾਂ। ਧਿਆਨ ਨਾਲ ਸੁਣਿਓ, ਜੇ ਟਾਟਾ ਪਾਵਰ ਜਾਂ ਟਾਟਾ ਮੋਟਰਸ ਆਪਣੇ ਸ਼ੇਅਰ ਇਸ਼ੂ ਕਰ ਰਹੀ ਹੈ ਤਾਂ ਪ੍ਰਾਇਮਰੀ ਮਾਰਕੀਟ ਹੈ। ਜੇ ਮੈਂ ਟਾਟਾ ਮੋਟਰਸ ਦੇ ਸ਼ੇਅਰ ਬਾਈ ਕਰਕੇ ਅੱਗੇ ਕਿਸੇ ਹੋਰ ਨੂੰ ਦੇ ਦਿੰਦਾ ਤਾਂ ਉਹ ਸੈਕੰਡਰੀ ਮਾਰਕੀਟ ਹੈਗੀ ਹੈ। ਠੀਕ ਹੈ, ਤਾਂ IPO ਤਾਂ FPO ਪਤਾ ਕੀ ਹੁੰਦਾ ਹੈ? ਜਦ ਕੋਈ ਕੰਪਨੀ ਆਪਣੇ ਸ਼ੇਅਰ ਪਹਿਲੀ ਵਾਰੀ ਇਸ਼ੂ ਕਰ ਰਹੀ ਹੈ ਤਾਂ ਉਹ ਤਾਂ ਪ੍ਰਾਇਮਰੀ ਮਾਰਕੀਟ ਹੈ। ਠੀਕ ਹੈ, IPOs and FPOs of the equity segment are regulated by SEBI। ਬਿਲਕੁਲ ਸਹੀ, ਸ਼ੇਅਰ ਮਾਰਕੀਟ ਨੂੰ ਰੈਗੂਲੇਟ ਕਰਨ ਦਾ ਕੰਮ SEBI ਦਾ ਹੈ, RBI ਨਾਲ ਕਨਫਿਊਜ਼ ਨਾ ਕਰਨਾ। ਸ਼ੇਅਰ ਮਾਰਕੀਟ ਜਿਹੜੀ ਹੈਗੀ ਹੈ ਉਸ ਨੂੰ ਰੈਗੂਲੇਟ SEBI ਕਰਦਾ ਹੈ, ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਮੈਂ ਦੁਬਾਰਾ ਰਿਪੀਟ ਕਰ ਰਿਹਾ, ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ। ਤਾਂ IPO ਵੀ ਸ਼ੇਅਰ ਮਾਰਕੀਟ ਹੀ ਹੈ, FPO ਵੀ ਸ਼ੇਅਰ ਮਾਰਕੀਟ ਹੈ, ਤਾਂ ਉਸ ਨੂੰ SEBI ਰੈਗੂਲੇਟ ਕਰਦਾ। ਬਿਲਕੁਲ ਸਹੀ, ਕਰੈਕਟ ਆਂਸਰ ਹੈ C। ਠੀਕ ਹੈ, ਨੈਕਸਟ, which of the following is not a function of SEBI? ਤੁਸੀਂ ਯਾਦ ਰੱਖਣਾ ਹੈ, SEBI ਸ਼ੇਅਰ ਮਾਰਕੀਟ ਨੂੰ ਰੈਗੂਲੇਟ ਪਤਾ ਕਿਉਂ ਕਰਦਾ ਹੈ? ਤਾਂ ਕਿ ਜਿਹੜਾ ਆਮ ਇਨਵੈਸਟਰ ਹੈ ਨਾ, ਜਿਹੜਾ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕਰ ਰਿਹਾ ਹੈ, ਮੇਰੇ ਵਰਗਾ ਤੁਹਾਡੇ ਵਰਗਾ, ਠੀਕ ਹੈ, ਉਸ ਦੀ ਪ੍ਰੋਟੈਕਸ਼ਨ ਹੋ ਸਕੇ, ਉਸ ਨੂੰ ਕੋਈ ਡਿਫਰॉड ਨਾ ਕਰ ਦੇ, ਉਹ ਕਿਸੇ ਫਰਾਡੂਲੈਂਟ ਸਕੀਮ ਦਾ ਪਾਰਟ ਨਾ ਬਣ ਜਾਏ, ਉਹਦੇ ਨਾਲ ਕੋਈ ਫਰਾਡ ਨਾ ਕਰ ਲੇ ਸ਼ੇਅਰ ਮਾਰਕੀਟ ਦੇ ਵਿੱਚ। ਤਾਂ ਇਨਵੈਸਟਰਸ ਦੀ ਪ੍ਰੋਟੈਕਸ਼ਨ ਵਾਸਤੇ SEBI ਆਇਆ ਹੈ ਤੇ SEBI ਰੈਗੂਲੇਟ ਕਰਦਾ ਪੂਰੀ ਸ਼ੇਅਰ ਮਾਰਕੀਟ ਨੂੰ। ਤਾਂ which of the following is not the function? To protect the interest of investors in securities, ਬਿਲਕੁਲ ਸਹੀ। It makes sure that stock exchanges follow its bylaws। ਜਿਹੜੇ rules and regulations SEBI ਨੇ ਕੱਢੇ ਹੈ ਉਹ ਸਾਰੇ rules and regulations ਨੈਸ਼ਨਲ ਸਟਾਕ ਐਕਸਚੇਂਜ ਤੇ ਬੰਬੇ ਸਟਾਕ ਐਕਸਚੇਂਜ ਫੋਲੋ ਕਰਨ, ਇਹ ਜ਼ਿੰਮੇਵਾਰੀ SEBI ਦੀ ਹੈਗੀ ਹੈ। ਬਿਲਕੁਲ ਸਹੀ। It ensures that the insurance market is following all the rules and laws governing the sector। ਨਾ, ਇੰਸ਼ੋਰੈਂਸ ਮਾਰਕੀਟ ਨੂੰ ਰੈਗੂਲੇਟ ਕਰਨ ਵਾਸਤੇ ਹੈਗਾ IRDA। ਠੀਕ ਹੈ, ਸ਼ੇਅਰ ਮਾਰਕੀਟ ਨੂੰ ਰੈਗੂਲੇਟ ਕਰਦਾ ਹੈ SEBI, ਇੰਸ਼ੋਰੈਂਸ ਮਾਰਕੀਟ ਨੂੰ ਰੈਗੂਲੇਟ ਕਰਦਾ ਹੈ IRDA, ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ। ਮੈਂ ਦੁਬਾਰਾ ਰਿਪੀਟ ਕਰ ਰਿਹਾ, ਇੰਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ। ਇਹ ਇੰਸ਼ੋਰੈਂਸ ਮਾਰਕੀਟ ਨੂੰ ਦੇਖਦਾ, SEBI ਨਹੀਂ ਦੇਖਦਾ ਇੰਸ਼ੋਰੈਂਸ ਮਾਰਕੀਟ ਨੂੰ। ਗਲਤ। It is tasked with the job to manage registration of brokers। ਜਿਹੜੇ brokers ਹੁੰਦੇ ਨਾ, ਸਟਾਕ ਬ੍ਰੋਕਰਸ, ਮਿਡਲਮੈਨ, ਡੀਲਰ, ਜਿਹੜੇ ਸ਼ੇਅਰ ਦੇ ਵਿੱਚ ਤੁਹਾਡਾ ਪੈਸਾ ਸੈੱਟ ਕਰਦੇ ਆ, ਉਹਨਾਂ ਦੀ ਰਜਿਸਟ੍ਰੇਸ਼ਨਸ ਵੀ SEBI ਦੇਖਦਾ। ਬਿਲਕੁਲ ਸਹੀ, ਬਸ ਇਹ ਗਲਤ ਸਟੇਟਮੈਂਟ ਹੈ, ਬਿਕੋਜ਼ ਇਹ ਸਟੇਟਮੈਂਟ ਕਹਿੰਦੀ ਹੈ ਕਿ ਇੰਸ਼ੋਰੈਂਸ ਮਾਰਕੀਟ ਨੂੰ ਵੀ SEBI ਦੇਖ ਰਿਹਾ। ਬਿਲਕੁਲ ਗਲਤ ਹੈ, IRDA ਦੇਖ ਰਿਹਾ। ਤਾਂ ਇਸ ਕੁਐਸਚਨ ਦਾ ਆਨਸਰ ਹੈਗਾ C। Question 6, which of the following statements is are correct? Small cap stocks have a market capitalization that is less than 20,000 crore. Stocks of very large and well recognized companies with a long history of sound financial performance are called blue chip stocks। ਹੁਣ ਨਾ ਸਟਾਕ ਮਾਰਕੀਟ ਦੀ ਜੇ ਗੱਲ ਕਰੀਏ, ਲੈਟ ਸਪੋਜ਼ ਮੇਰੀ ਇੱਕ ਕੰਪਨੀ ਹੈ
ਜਿਸ ਦੇ ਨਾ ਮਾਰਕੀਟ ਦੇ ਵਿੱਚ 1000 ਸ਼ੇਅਰਸ ਹੈਗੇ ਆ, 1000 ਸ਼ੇਅਰਸ ਹੈਗੇ ਆ, ਤੇ ਹਰ ਇੱਕ ਸ਼ੇਅਰ ਦਾ ਪ੍ਰਾਈਸ ਹੈਗਾ 10 ਰੁਪੀਸ। ਠੀਕ ਹੈ, ਤਾਂ ਮੈਂ ਕਹਾਂਗਾ ਮੇਰੀ ਕੰਪਨੀ ਦੀ ਮਾਰਕੀਟ ਕੈਪੀਟਲਾਈਜੇਸ਼ਨ ਹੈਗੀ ਹੈ 10,000 ਰੁਪੀਸ। ठीक है, टाटा मोटर्स दे जे 1000 शेयर हैं ते हर एक शेयर दा प्राइस 10 रुपए है, तो टाटा मोटर्स दी मार्केट कैपिटलाइजेशन होगी 10,000 रुपीस। मार्केट कैपिटलाइजेशन की हुंदी है कि उस कंपनी दे टोटल शेयर्स किन्ने हैं मार्केट दे विच ते हर शेयर दा प्राइस किन्ना है, दोनों नूं तुसीं मल्टीप्लाई कर दो, मार्केट कैपिटलाइजेशन आ जाती है। ठीक है ना, जेडी कंपनीज दी मार्केट कैपिटलाइजेशन इज ग्रेटर देन 20,000 करोड़ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਲਾਰਜ ਕੈਪ ਸਟਾਕਸ। ਜਿਨ੍ਹਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਇਜ਼ ਬਿਟਵੀਨ 5,000 to 20,000 ਕਰੋੜ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਮਿਡ ਕੈਪ ਸਟਾਕਸ। ਤੇ ਜਿਨ੍ਹਾਂ ਦੀ ਮਾਰਕੀਟ ਕੈਪੀਟਲਾਈਜੇਸ਼ਨ ਇਜ਼ ਲੈਸ ਦੈਨ 5,000 ਕਰੋੜ, ਛੋਟੀ ਕੰਪਨੀਆਂ, ਉਹਨਾਂ ਨੂੰ ਅਸੀਂ ਸਮਾਲ ਕੈਪ ਸਟਾਕਸ ਕਹਿੰਦੇ ਹਾਂ। ਤਾਂ ਸਮਾਲ ਕੈਪ ਸਟਾਕਸ ਹੈਵ ਅ ਮਾਰਕੀਟ ਕੈਪੀਟਲਾਈਜੇਸ਼ਨ that is less than 20,000, ਨਾ less than 5,000। स्टॉक्स ऑफ वेरी लार्ज एंड वेल रिकॉग्नाइज्ड कंपनीज, ਜਿਹੜੀਆਂ ਵੱਡੀਆਂ ਕੰਪਨੀਆਂ ਨਹੀਂ ਹੁੰਦੀ, ਜਿੱਦਾਂ ਟਾਟਾ ਹੋਗੀ, ਬਿਰਲਾ ਹੋਗੀ, ਰਿਲਾਇੰਸ ਹੋਗੀ, ਅਦਾਨੀ ਹੋ ਗਿਆ, ਇਹ ਵੱਡੀਆਂ ਕੰਪਨੀਆਂ ਜਿਹੜੀਆਂ ਹੁੰਦੀਆਂ ਇਹਨਾਂ ਦੇ ਸਟਾਕਸ ਨੂੰ ਅਸੀਂ ਬਲੂ ਚਿਪ ਸਟਾਕਸ ਆਖਦੇ ਹਾਂ। ਇਹ ਤੁਸੀਂ ਯਾਦ ਰੱਖਣਾ ਹੈ, ਵੱਡੀ ਕੰਪਨੀ ਦੇ ਜਿਹੜੇ ਸ਼ੇਅਰਸ ਹੁੰਦੇ ਆ, ਸਟਾਕਸ ਹੁੰਦੇ ਆ, ਉਹਨਾਂ ਨੂੰ ਅਸੀਂ ਬਲੂ ਚਿਪ ਸਟਾਕਸ ਕਹਿੰਦੇ ਆ। ਛੋਟੀ ਕੰਪਨੀ ਦੇ ਜਿਹੜੇ ਸਟਾਕਸ ਹੁੰਦੇ ਆ ਉਹਨਾਂ ਨੂੰ ਅਸੀਂ ਰੈੱਡ ਚਿਪ ਸਟਾਕਸ ਕਹਿੰਦੇ ਆ, ਪਰ ਤੁਸੀਂ ਬਲੂ ਚਿਪ ਯਾਦ ਰੱਖਣਾ ਤਾਂ ਇਹ ਸਟੇਟਮੈਂਟ ਕਰੈਕਟ ਹੈਗੀ ਹੈ। Only 2. ठीक है, question 7, consider the following statements. Foreign institutional investment is less volatile than foreign direct investment. ना, foreign institutional investment ज्यादा volatile हैगी है, ज्यादा shift कर दिया है। FDI घट volatile है, FDI stable ज्यादा है, तब उल्टा होना चाहिए सी। FDI is less volatile, less volatile दा मतलब more stable, ता FDI is more stable than FII। ठीक है, तो गलत होगी। फॉरेन इंस्टीट्यूशनल इन्वेस्टमेंट इज ओनली कन्फाइंड टू इक्विटी सिक्योरिटीज एंड नॉट डेट सिक्योरिटीज। ना, ਜਿਹੜੇ ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਹੁੰਦੇ ਆ ਨਾ, ਜਿੱਦਾਂ ਬਾਹਰਲੇ ਮਿਊਚੁਅਲ ਫੰਡਸ, ਬਾਹਰ ਦੇ ਇੰਸ਼ੋਰੈਂਸ ਫੰਡਸ, USA ਦੇ ਇੰਸ਼ੋਰੈਂਸ ਫੰਡਸ, ਇਹਨਾਂ ਨੂੰ ਅਸੀਂ ਫੋਰਨ ਇੰਸਟੀਟਿਊਸ਼ਨਲ ਇਨਵੈਸਟਰਸ ਕਹਿੰਦੇ ਆ। ਇਹ ਇੰਡੀਆ ਦੇ ਵਿੱਚ ਡੈਟ ਮਾਰਕੀਟ ਦੇ ਵਿੱਚ ਵੀ ਇਨਵੈਸਟ ਕਰਦੇ ਆ, ਲੋਨ ਵਾਲੀ ਮਾਰਕੀਟ, ਤਾਂ ਇਕੁਇਟੀ ਸ਼ੇਅਰ ਮਾਰਕੀਟ ਦੇ ਵਿੱਚ ਵੀ ਇਨਵੈਸਟ ਕਰਦੇ ਆ। ਠੀਕ ਹੈ, ਤਾਂ ਇਹ ਸਟੇਟਮੈਂਟ ਵੀ ਗਲਤ ਹੋ ਜਾਂਦੀ ਹੈ, ਬਿਕੋਜ਼ FII also invest in debt securities, ਤਾਂ ਇਸ ਦਾ ਆਨਸਰ ਤਾਂ neither ਹੈਗਾ। ਠੀਕ ਹੈ, question 8, which of the following are functions of money market? money market ਦੇ ਕੀ functions ਨੇ? ਤੁਸੀਂ ਜਾਣਦੇ ਹੋ ਨਾ, financial market ਦੇ 2 parts ਨੇ, money ਤੇ capital। money market ਦੇ ਕੀ functions ਨੇ? money markets ensure liquidity in the market, yes, because money market after all ਹੈ ਕੀ? ਪੈਸੇ ਦੀ market, ਤਾਂ ਪੈਸੇ ਦੀ market ਦਾ liquidity ensure ਕਰੂਗੀ, है ना। मैं ਤੁਹਾਨੂੰ ਪਹਿਲਾਂ ਵੀ ਪਿਛਲੇ ਲੈਕਚਰ ਦੇ ਵਿੱਚ ਵੀ ਦੱਸਿਆ ਸੀ, ਜਦ ਵੀ ਤੁਸੀਂ ਐਨਕਾਊਂਟਰ ਕਰੋਗੇ ਇਹ ਵਰਡ ਲਿਕੁਇਡਿਟੀ, ਇਸ ਦਾ ਮਤਲਬ ਮਨੀ ਸਪਲਾਈ ਹੁੰਦਾ ਹੈ। ਕਨਫਿਊਜ਼ ਮਤ ਹੋ ਜਾਣਾ, ਜੇ ਤੁਸੀਂ ਕਦੇ ਲਿਕੁਇਡਿਟੀ ਨਹੀਂ ਸੁਣਿਆ ਤਾਂ ਮਨੀ ਸਪਲਾਈ ਤਾਂ ਸੁਣਿਆ ਹੋਇਆ, ਤਾਂ ਲਿਕੁਇਡਿਟੀ ਦਾ ਮਤਲਬ ਮਨੀ ਸਪਲਾਈ ਹੈ। ਤਾਂ ਮਨੀ ਮਾਰਕੀਟ ਦਾ ਮਨੀ ਸਪਲਾਈ ਇਨਸ਼ੋਰ ਕਰੂਗੀ, ਬਿਲਕੁਲ ਸਹੀ। These markets cater to short term fund requirements of government and various corporation, ਬਿਲਕੁਲ ਸਹੀ। मैं दसिया सी ना, मनी मार्केट लेस देन 1 ईयर पीरियड दी हुंदी है, तो शॉर्ट टर्म फंड रिक्वायरमेंट ही देखदी है। These markets help in effective implementation of RBI's monetary policy। देखिए, मनी मार्केट इंश्योर कर दी है मनी सप्लाई, ते RBI दी मॉनेटरी पॉलिसी भी इंश्योर कर दी है मनी सप्लाई। मॉनेटरी पॉलिसी की है? मनी सप्लाई नू वधाना या घटाना, है ना, ये RBI दा ही काम है। तो RBI थ्रू मॉनेटरी पॉलिसी इंश्योर्स मनी सप्लाई। ना मनी सप्लाई इंश्योर हुंदी है थ्रू मनी मार्केट, तो कहना है से कि मनी मार्केट्स हेल्प आरबीआई इन इंश्योरिंग मनी सप्लाई, बिल्कुल सही है। तो इसका आंसर हैगा बी। मनी मार्केट भी मनी सप्लाई नाल रिलेटेड है, मॉनेटरी पॉलिसी भी रिलेटेड है। ठीक है, चलो क्वेश्चन नंबर 9, कंसीडर द फॉलोइंग स्टेटमेंट्स। कैपिटल मार्केट्स फैसिलिटेट फाइनेंशियल इंटरमीडिएशन। ना, फाइनेंशियल इंटरमीडिएशन की होंदी है? देखो, जिद्दां बैंक्स होंदे हैं, बैंक्स की करते हैं, ਲੋਕਾਂ ਤੋਂ ਪੈਸਾ ਲੈਂਦੇ ਆ ਡਿਪੋਜ਼ਿਟਸ ਦੇ ਫਾਰਮ ਦੇ ਵਿੱਚ, ਤੇ ਉਸੇ ਪੈਸੇ ਨੂੰ ਅੱਗੇ ਲੋਨ ਦੇ ਫਾਰਮ ਦੇ ਵਿੱਚ ਅੱਗੇ ਦੇ ਦਿੰਦੇ ਆ। ਠੀਕ ਹੈ, ਤਾਂ ਡਿਪੋਜ਼ਿਟਰਸ ਦਾ ਪੈਸਾ ਲੋਨ ਬੋਰੋਵਰਸ ਦੇ ਕੋਲ ਚਲੇ ਜਾਂਦਾ ਹੈ। ਇਸ ਤਰ੍ਹਾਂ ਹੀ ਕੰਮ ਕਰਦੇ ਆ ਬੈਂਕਸ। ਤੁਹਾਡੇ ਤੋਂ ਪੈਸਾ ਲਵਾਂਗੇ, ਤੁਹਾਡੇ ਤੋਂ ਪੈਸਾ ਲੈਂਦੇ ਆ ਇਹ 4% ਇੰਟਰਸਟ ਰੇਟ ਤੇ,
एग्जाम्पल ਤੇ ਪੈਸਾ ਲੈ ਕੇ ਉਸੇ ਹੀ ਪੈਸੇ ਨੂੰ ਤੁਹਾਡੇ ਡਿਪੋਜ਼ਿਟਸ ਨੂੰ ਅੱਗੇ ਲੋਨ ਆਊਟ ਕਰ ਦਿੰਦੇ ਆ 6% ਤੇ ਇਹ 2% ਦਾ ਜਿਹੜਾ ਡਿਫਰੈਂਸ ਹੈ ਇਹਦੇ ਥਰੂ ਬੈਂਕਸ ਪ੍ਰੋਫਿਟ ਕਮਾਉਂਦੇ ਆ ਤਾਂ ਤੁਹਾਡਾ ਹੀ ਪੈਸਾ ਬੈਂਕਸ ਅੱਗੇ ਲੋਨ ਆਊਟ ਕਰ ਰਹੇ ਆ ਤਾਂ ਤੁਹਾਡਾ ਪੈਸਾ is going to the borrowers through banks ਤਾਂ ਅਸੀਂ ਕਹਿੰਦੇ ਆ ਕਿ ਬੈਂਕਸ ਨਾ डिपॉजिटर्स ਤੇ borrowers ਦੇ ਵਿੱਚ ਇੰਟਰਮੀਡੀਏਰੀ ਦਾ ਕੰਮ ਕਰ ਰਹੇ ਹਨ ਠੀਕ ਹੈ ਤਾਂ ਇਸੇ ਕਰਕੇ ਬੈਂਕਸ ਦੇ ਫੰਕਸ਼ਨ ਨੂੰ ਅਸੀਂ ਕਹਿੰਦੇ ਆ फाइनेंशियल इंटरमीडिएशन क्योंकि इंटरमीडिएरी ਦਾ ਕੰਮ ਕਰ ਰਹੇ हैं अच्छा कैपिटल मार्केट ਕੀ ਹੈ शेयर मार्केट ਦੇ ਵਿੱਚ ਕੀ ਹੁੰਦਾ ਹੈ ਤੁਸੀਂ ਡਾਇਰੈਕਟਲੀ ਟਾਟਾ ਪਾਵਰ ਦੇ ਸ਼ੇਅਰਸ ਖਰੀਦ ਰਹੇ ਹੋ ਤੁਸੀਂ ਡਾਇਰੈਕਟਲੀ ਟਾਟਾ ਪਾਵਰ ਨੂੰ ਪੈਸਾ ਦੇ ਰਹੇ ਹੋ ਕਿਸੇ ਇੰਟਰਮੀਡੀਏਰੀ ਦੀ ਲੋੜ ਨਹੀਂ ਕਿਸੇ ਬੈਂਕ ਦੀ ਲੋੜ ਨਹੀਂ ਡਾਇਰੈਕਟਲੀ ਤੁਸੀਂ ਟਾਟਾ ਪਾਵਰ ਦੇ ਸ਼ੇਅਰ ਖਰੀਦ ਕੇ ਟਾਟਾ ਪਾਵਰ ਨੂੰ ਪੈਸਾ ਦੇ ਰਹੇ ਹੋ ਤਾਂ कैपिटल मार्केट इज नॉट एन एग्जांपल ऑफ फाइनेंशियल इंटरमीडिएशन इट इज एन एग्जांपल ऑफ फाइनेंशियल डिसइंटरमीडिएशन क्योंकि इस दे विच इंटरमीडिएरी दी लोड़ ही नहीं कैपिटल मार्केट्स दे थ्रू तुसी डायरेक्टली कंपनी नूं पैसा दिंदे हो इंटरमीडिएरी दी लोड़ ही नहीं हुंदी तां कैपिटल मार्केट्स फैसिलिटेट फाइनेंशियल डिसइंटरमीडिएशन कैपिटल मार्केट्स cater to long term fund requirements of the economy बिल्कुल सही मनी मार्केट जिथे शॉर्ट टर्म फंड रिक्वायरमेंट की जरूरत नूं पूरा करता है कैपिटल मार्केट लॉन्ग टर्म फंड रिक्वायरमेंट की जरूरत नूं पूरा करता है ठीक है तो ओनली 2 इज करेक्ट ऑलराइट चलो आगे चलते हैं which of the following statements is incorrect regarding green bonds now याद रखो bonds की हुंदे हैं bonds ਉਹ पेपर इंस्ट्रूमेंट्स ने जिदे थ्रू मैं या कोई भी कंपनी पैसा बोरो कर सकती है ठीक है जे मैनू पैसा बोरो करना है ना मैं अपना बॉन्ड इशू कर दूंगा तुसी जब मेरे बॉन्ड नू परचेज करोगे तुसी मेरे बॉन्ड नू परचेज करके मैनू ही पैसा दे रहे हो लोन ते ठीक है ते उसे बॉन्ड दे उसे पीस ऑफ पेपर च लिखा है कि जेड़ा बंदा ये पीस ऑफ पेपर खरीदेगा उसनू 5 साल दे विच इन्ने इंटरेस्ट नाल पेमेंट वापस हो जाएगी तो बॉन्ड्स आर नथिंग बट बोरोइंग इंस्ट्रूमेंट्स इशूड बाय कंपनीज ठीक है नाउ ग्रीन बॉन्ड्स केड़े होंदे हैं Green bonds are those bonds through which money is raised by the company for investing in green projects, environment wale projects. ठीक है? Now, money raised by the issuer are earmarked towards financing green projects. Yes, there are no guidelines in India to provide a regulatory framework for issuance and trading of green bonds in stock exchanges. बिल्कुल गलत. Yes Bank came out with the first green bond issuance. बिल्कुल सही statement है. वर्ल्ड बैंक इशूड द फर्स्ट ऑफिशियल ग्रीन बॉन्ड इन 2009 बिल्कुल सही स्टेटमेंट है बी गलत है बिकॉज सेबी गाइडलाइंस कट चुके हैं फॉर इशुएंस ऑफ ग्रीन बॉन्ड्स ऐसे करके दिस इज इनकरेक्ट बाकी सारी स्टेटमेंट्स करेक्ट हैं तुसी बाकी तीन स्टेटमेंट्स दा रट्टा मारना है ठीक है चलो 11 which of the following stock index calculated through price weighted methodology now stock market ਤਾਂ होगी stock exchange NSE BSE वगैरह ਨਾਓ ਇਹ ਜਿਹੜੇ ਇੰਡੈਕਸ ਨਹੀਂ ਹੁੰਦੇ ਜਿਹੜੇ ਸਟਾਕ ਮਾਰਕੀਟ ਦੀ ਪਰਫਾਰਮੈਂਸ ਨੂੰ ਜੱਜ ਕਰਦੇ ਆ ਫੋਰ ਐਗਜ਼ਾਮਪਲ ਤੁਸੀਂ ਸੈਂਸੈਕਸ ਸੁਣਿਆ ਹੋਣਾ ਸੈਂਸੈਕਸ ਚੈੱਕ ਕਰਦਾ ਹੈ ਬੰਬੇ ਸਟਾਕ ਐਕਸਚੇਂਜ ਦੀ ਪਰਫਾਰਮੈਂਸ ਇੱਕ ਸੈਂਸੈਕਸ ਇੱਕ ਇੰਡੈਕਸ ਹੈਗਾ ਉਸ ਜਿਸ ਤਰ੍ਹਾਂ ਇਨਫਲੇਸ਼ਨ ਨੂੰ ਮੈਜ਼ਰ ਕਰਨ ਲਈ ਸਾਡੇ ਕੋਲ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈਗਾ ਹੈ ਨਾ ਇੰਡਸਟਰੀਅਲ ਪਰਫਾਰਮੈਂਸ ਨੂੰ ਮੈਜ਼ਰ ਕਰਨ ਲਈ ਸਾਡੇ ਕੋਲ ਇੰਡੈਕਸ ਆਫ ਇੰਡਸਟਰੀਅਲ ਪ੍ਰੋਡਕਸ਼ਨ ਹੈ ਉਸੇ ਤਰ੍ਹਾਂ ਬੰਬੇ ਸਟਾਕ ਐਕਸਚੇਂਜ ਦੀ ਪਰਫਾਰਮੈਂਸ ਨੂੰ ਮੈਜ਼ਰ ਕਰਨ ਲਈ ਸਾਡੇ ਕੋਲ ਸੈਂਸੈਕਸ ਹੈਗਾ ਨੈਸ਼ਨਲ ਸਟਾਕ ਐਕਸਚੇਂਜ ਦੀ ਪਰਫਾਰਮੈਂਸ ਨੂੰ ਮੈਜ਼ਰ ਕਰਨ ਲਈ ਸਾਡੇ ਕੋਲ ਨਿਫਟੀ ਹੈਗਾ ਠੀਕ ਹੈ ਨਾਓ ਇੰਡੀਆ ਦੇ ਕੋਲ ਜੇ ਸਟਾਕ ਇੰਡੈਕਸ ਹੈਗੇ ਆ ਤਾਂ ਯੂਐਸਏ ਦੇ ਕੋਲ ਵੀ ਹੋਣੇ ਠੀਕ ਹੈ ਜਾਪਾਨ ਕੋਲੇ ਵੀ ਹੋਣੇ ਚਾਈਨਾ ਕੋਲੇ ਵੀ ਹੋਣੇ ਹੈਨਾ ਇਸੇ ਕਰਕੇ ਹਰ ਕੰਟਰੀ ਦੇ ਆਪਣੇ ਸਟਾਕ ਇੰਡੈਕਸ ਹੁੰਦੇ ਜਿਨ੍ਹਾਂ ਦੇ ਜਿਹੜੇ ਉਹਨਾਂ ਦੀ ਸਟਾਕ ਮਾਰਕੀਟ ਦੀ ਪਰਫਾਰਮੈਂਸ ਨੂੰ ਮੈਜ਼ਰ ਕਰਦੇ ਆ नाउ ਇਹ ਇੰਡੈਕਸ ਕੈਲਕੂਲੇਟ ਕਰਨ ਦੀ ਨਾ ਦੋ ਮੈਥੋਡੋਲੋਜੀਜ਼ ਹੁੰਦੀਆਂ ਇੱਕ ਹੁੰਦੀ ਹੈ ਪ੍ਰਾਈਸ ਵੇਟਡ ਮੈਥੋਡੋਲੋਜੀ ਇਸ ਦੀ ਡੈਪਥ ਦੇ ਵਿੱਚ ਨਹੀਂ ਜਾਣਾ ਬਸ ਤੁਸੀਂ ਯਾਦ ਰੱਖਣਾ ਹੈ ਇੰਡੈਕਸ ਕੈਲਕੂਲੇਟ ਕਰਨ ਦੀ ਸਟਾਕ ਮਾਰਕੀਟ ਦੇ ਇੰਡੈਕਸ ਕੈਲਕੂਲੇਟ ਕਰਨ ਦੀ ਦੋ ਮੈਥੋਡੋਲੋਜੀਜ਼ ਹੁੰਦੀਆਂ ਪ੍ਰਾਈਸ ਵੇਟਡ ਤੇ ਮਾਰਕੀਟ ਕੈਪੀਟਲਾਈਜੇਸ਼ਨ ਮੈਂ ਦੱਸ ਚੁੱਕਿਆ ਮਾਰਕੀਟ ਕੈਪੀਟਲਾਈਜੇਸ਼ਨ ਵੇਟਡ ਨਾ ਤੁਸੀਂ ਬਸ ਇਹ ਚੀਜ਼ ਯਾਦ ਰੱਖਣੀ ਹੈ ਜੇ ਕੋਈ ਸਵਾਲ ਆ ਗਿਆ ਇਸ ਟੌਪਿਕ ਤੋਂ ਰਿਲੇਟਡ ਬਸ ਤੁਸੀਂ ਯਾਦ ਰੱਖਣਾ ਹੈ सिर्फ डाउ जोन्स इंडस्ट्रियल एवरेज अमेरिका दा हैगा ते निकी 225 इंडेक्स जापान दा हैगा सिर्फ ये दो इंडेक्स हैगे आह दो इंडेक्स हैगे सिर्फ जेड़े प्राइस वेटेड मेथोडोलॉजी फॉलो करते हैं इस तो अलावा तकरीबन सारे मेजर इंडेसेस स्टॉक इंडेसेस मार्केट कैपिटलाइजेशन वेटेज मेथोडोलॉजी फॉलो करते हैं भावें वो सेंसेक्स होवे निफ्टी होवे S&P होवे हांगकांग दा स्टॉक इंडेक्स होवे होर कोई भी स्टॉक इंडेक्स है जिन्ने भी स्टॉक इंडेक्स है मेजर वो सारे
ਇਹ ਮੈਥਡੋਲੋਜੀ ਫੋਲੋ ਕਰਦੇ ਆ, ਸਿਰਫ ਡਾਓ ਜੋਨਸ ਤੇ ਨਿਕੀ ਪ੍ਰਾਈਸ ਵੇਟਡ ਫੋਲੋ ਕਰਦੇ ਆ। ਤਾਂ BSE ਜਿਹੜਾ ਹੈਗਾ ਸੈਂਸੈਕਸ ਤੇ ਨੈਸਡੈਕ ਹੈਗਾ, ਇਹ ਟੈਕ ਕੰਪਨੀਜ਼ ਦਾ ਸਟਾਕ ਇੰਡੈਕਸ ਹੈ। ਇਹ ਦੋਨੋਂ ਮਾਰਕੀਟ ਕੈਪੀਟਲਾਈਜੇਸ਼ਨ ਵੇਟਡ ਫੋਲੋ ਕਰਦੇ ਆ, ਇਹ ਪ੍ਰਾਈਸ ਵੇਟਡ ਫੋਲੋ ਕਰਦਾ ਹੈ। ਜੇ ਤੁਹਾਨੂੰ ਕਲੈਰਿਟੀ ਨਹੀਂ ਹੈਗੀ ਪ੍ਰਾਈਸ ਵੇਟਡ ਕੀ ਹੁੰਦਾ, ਮਾਰਕੀਟ ਕੈਪੀਟਲਾਈਜੇਸ਼ਨ ਕੀ ਹੁੰਦਾ, ਤੁਸੀਂ ਇਸ ਡਿਟੇਲ ਦੇ ਵਿੱਚ ਬਿਲਕੁਲ ਜਾਣ ਦੀ ਤੁਹਾਨੂੰ ਲੋੜ ਨਹੀਂ ਹੈ। ਬਸ ਤੁਸੀਂ ਯਾਦ ਰੱਖਣਾ ਹੈ ਕਿ ਜਿਹੜੇ ਸਟਾਕ ਇੰਡੈਕਸ ਹੁੰਦੇ ਆ ਨਾ, ਸੈਂਸੈਕਸ ਨਿਫਟੀ ਵਰਗੇ, ਇਹਨਾਂ ਨੂੰ ਕੈਲਕੂਲੇਟ ਕਰਨ ਦੀ ਦੋ ਮੈਥਡੋਲੋਜੀਜ਼ ਹੈ। ਸੈਂਸੈਕਸ ਫੋਲੋ ਕਰਦਾ ਹੈ ਇਹੀ ਮੈਥਡੋਲੋਜੀ, ਨਿਫਟੀ ਫੋਲੋ ਕਰਦਾ ਹੈ ਮੈਥਡੋਲੋਜੀ, ਤਕਰੀਬਨ ਸਾਰੇ ਇੰਡੈਕਸ ਇਹੀ ਮੈਥਡੋਲੋਜੀ ਫੋਲੋ ਕਰਦੇ ਆ ਐਕਸੈਪਟ 2 ਡਾਓ ਜੋਨਸ ਤੇ ਨਿਕੀ, ਤੇ ਡਾਓ ਜੋਨਸ ਤੇ ਨਿਕੀ ਪ੍ਰਾਈਸ ਵੇਟਡ ਫੋਲੋ ਕਰਦੇ ਆ। ਤਾਂ ਇਸ ਕੁਐਸਚਨ ਦਾ ਆਨਸਰ ਤਾਂ ਹੈਗਾ B। 12 which of the following entities of capital markets are not regulated by SEBI? SEBI ਕਿਸ ਨੂੰ ਰੈਗੂਲੇਟ ਨਹੀਂ ਕਰਦਾ? ਪੈਨਸ਼ਨ ਫੰਡਸ ਨੂੰ ਰੈਗੂਲੇਟ ਕਰਨ ਲਈ ਹੈ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ। ਇੰਸ਼ੋਰੈਂਸ ਫੰਡ ਨੂੰ ਰੈਗੂਲੇਟ ਕਰਨ ਲਈ ਹੈ IRDA। ਹੈਜ ਫੰਡਸ ਨੂੰ ਰੈਗੂਲੇਟ ਕਰਨ ਲਈ ਹੈ SEBI। ਫੋਰਨ ਐਕਸਚੇਂਜ ਡੈਰੀਵੇਟਿਵਸ, ਫੋਰਨ ਐਕਸਚੇਂਜ ਡੈਰੀਵੇਟਿਵਸ ਨੂੰ RBI ਰੈਗੂਲੇਟ ਕਰਦਾ ਹੈ। ਠੀਕ ਹੈ, ਤਾਂ ਇਸ ਕੁਐਸਚਨ ਦਾ ਆਨਸਰ ਹੈਗਾ ਓਨਲੀ 3 ਬਿਕੋਜ਼ SEBI ਸਿਰਫ ਹੈਜ ਫੰਡਸ ਨੂੰ ਰੈਗੂਲੇਟ ਕਰੂਗਾ। ਚਲੋ ਕੁਐਸਚਨ ਨੰਬਰ 13, ਕੰਸੀਡਰ ਦ ਫੋਲੋਇੰਗ ਸਟੇਟਮੈਂਟਸ ਰਿਗਾਰਡਿੰਗ IRDA। It is a statutory body. Yes, IRDA was formed through a law of parliament. IRDA is the apex body responsible for regulating and developing the insurance industry in India. Absolutely correct. It provides licenses to insurance intermediaries and sets the necessary norms of conduct for them. Yes, rules and regulations for all the insurance providers. Insurance providers जिन्ने भी market च हैगे हैं, ਉਹਨਾਂ ਨੂੰ ਕਿਹੜੇ rules follow ਕਰਨੇ ਚਾਹੀਦੇ हैं, ਉਹ rules ਦੱਸੂਗਾ IRDA। ਤਾਂ ਇਸੇ ਕਰਕੇ D। ठीक है, चलो next। Which of the following statements regarding insurance sector is false? Option A, according to the recent Insurance Amendment Bill 2021, FDI cap in insurance sector is 74%। ਬਿਲਕੁਲ ਸਹੀ। ਰੀਸੈਂਟਲੀ ਸਰਕਾਰ ਨੇ ਅਮੈਂਡਮੈਂਟ ਕੀਤੀ ਹੈ ਇੰਸ਼ੋਰੈਂਸ ਬਿੱਲ ਦੇ ਵਿੱਚ, ਇੰਸ਼ੋਰੈਂਸ ਐਕਟ ਦੇ ਵਿੱਚ, ਤੇ ਉਸ ਅਮੈਂਡਮੈਂਟ ਦੇ ਹਿਸਾਬ ਨਾਲ ਇੰਸ਼ੋਰੈਂਸ ਸੈਕਟਰ ਦੇ ਵਿੱਚ ਹੁਣ FDI ਅਲਾਉਡ ਹੈ ਅਪ ਟੂ 74%। ਬਿਲਕੁਲ ਸਹੀ ਹੈ। ਇੰਸ਼ੋਰੈਂਸ ਸੈਕਟਰ ਇਜ਼ ਰੈਗੂਲੇਟਡ ਬਾय IRDA। ਬਿਲਕੁਲ ਸਹੀ। In terms of premium underwritten, life insurance segment is bigger than non-life segment। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਪੂਰੀ ਦੁਨੀਆ ਦੇ ਵਿੱਚ ਨਾ non life insurance ਜਿੱਦਾਂ ਕਾਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, non life insurance ਜਿਹੜਾ ਹੈਗਾ ਨਾ ਉਸ ਦਾ ਰੋਲ ਜ਼ਿਆਦਾ ਹੈ ਐਸ ਕੰਪੇਅਰ ਟੂ ਲਾਈਫ ਇੰਸ਼ੋਰੈਂਸ। ਬਟ ਇੰਡੀਆ ਇਹੋ ਜਿਹੀ ਵਾਹਿਦ ਕੰਟਰੀ ਹੈਗੀ ਹੈ ਜਿੱਥੇ ਲਾਈਫ ਇੰਸ਼ੋਰੈਂਸ ਜ਼ਿਆਦਾ ਕਰਾਉਂਦੇ ਆ ਲੋਕ ਐਸ ਕੰਪੇਅਰ ਟੂ ਨਾਨ ਲਾਈਫ ਇੰਸ਼ੋਰੈਂਸ, ਕਾਰ, ਹੈਲਥ ਵਗੈਰਾ ਵਗੈਰਾ। ਇੰਡੀਆ ਦੇ ਵਿੱਚ ਲਾਈਫ ਇੰਸ਼ੋਰੈਂਸ ਜ਼ਿਆਦਾ ਹੈਗੀ ਹੈ ਐਸ ਕੰਪੇਅਰ ਟੂ ਨਾਨ ਲਾਈਫ ਇੰਸ਼ੋਰੈਂਸ। ਠੀਕ ਹੈ, ਤਾਂ ਇਹ ਵੀ ਸਟੇਟਮੈਂਟ ਠੀਕ ਹੈ। ਇੰਸ਼ੋਰੈਂਸ ਪੈਨੀਟ੍ਰੇਸ਼ਨ ਇਜ਼ ਦ ਰੇਸ਼ੀਓ ਆਫ ਟੋਟਲ ਇੰਸ਼ੋਰੈਂਸ ਪ੍ਰੀਮੀਅਮ ਟੂ ਦ ਟੋਟਲ ਪੋਪੂਲੇਸ਼ਨ। ਨਾ, ਹੁਣ ਤੁਸੀਂ ਧਿਆਨ ਨਾਲ ਸੁਣੋ, ਇੱਕ ਟਰਮ ਹੁੰਦਾ ਇੰਸ਼ੋਰੈਂਸ ਪੈਨੀਟ੍ਰੇਸ਼ਨ। ਉਹ ਪਤਾ ਕੀ ਹੁੰਦਾ ਹੈ? ਹਿੰਦੁਸਤਾਨ ਦੇ ਵਿੱਚ ਇੱਕ ਸਾਲ ਦੇ ਵਿੱਚ, ਹਿੰਦੁਸਤਾਨ 'ਚ ਇੱਕ ਸਾਲ ਦੇ ਵਿੱਚ ਜਿੰਨਾ ਵੀ ਇੰਸ਼ੋਰੈਂਸ ਪ੍ਰੀਮੀਅਮ ਇਕੱਠਾ ਹੋਇਆ, ਪ੍ਰੀਮੀਅਮ ਤੁਸੀਂ ਸਮਝਦੇ ਹੋ ਨਾ, ਤਾਂ ਤੁਸੀਂ ਕਾਰ ਇੰਸ਼ੋਰੈਂਸ ਕਰਾਉਂਦੇ ਹੋ, ਹਰ ਸਾਲ ਤੁਹਾਨੂੰ ਪ੍ਰੀਮੀਅਮ ਪੇ ਕਰਨਾ ਹੁੰਦਾ ਹੈ ਨਾ। ਤਾਂ ਇੱਕ ਸਾਲ ਦੇ ਵਿੱਚ ਜਿੰਨਾ ਟੋਟਲ ਪ੍ਰੀਮੀਅਮ ਇਕੱਠਾ ਹੋਇਆ, ਟੋਟਲ ਪ੍ਰੀਮੀਅਮ ਡਿਵਾਈਡਡ ਬਾय ਇੰਡੀਆ ਦੀ GDP ਐਜ਼ ਅ ਪਰਸੈਂਟੇਜ, ਇਸ ਨੂੰ ਅਸੀਂ ਇੰਸ਼ੋਰੈਂਸ ਪੈਨੀਟ੍ਰੇਸ਼ਨ ਕਹਿੰਦੇ ਆ। ਤੇ ਇੱਕ ਟਰਮ ਹੁੰਦਾ ਇੰਸ਼ੋਰੈਂਸ ਡੈਂਸਿਟੀ। ਇੰਸ਼ੋਰੈਂਸ ਡੈਂਸਿਟੀ ਕੀ ਹੁੰਦੀ ਹੈ? ਟੋਟਲ ਪ੍ਰੀਮੀਅਮ ਜਿੰਨਾ ਇਕੱਠਾ ਹੋਇਆ ਡਿਵਾਈਡਡ ਬਾय ਹਿੰਦੁਸਤਾਨ ਦੀ ਪੋਪੂਲੇਸ਼ਨ। ਠੀਕ ਹੈ, ਇੰਸ਼ੋਰੈਂਸ ਡੈਂਸਿਟੀ ਹੁੰਦੀ ਹੈ ਨਾ। ਆਪਸ਼ਨ ਡੀ 'ਚ ਦਿੱਤਾ ਹੋਇਆ ਇੰਸ਼ੋਰੈਂਸ ਪੈਨੀਟ੍ਰੇਸ਼ਨ ਇਜ਼ ਦ ਰੇਸ਼ੀਓ ਆਫ ਟੋਟਲ ਇੰਸ਼ੋਰੈਂਸ ਪ੍ਰੀਮੀਅਮ ਟੂ ਟੋਟਲ ਪੋਪੂਲੇਸ਼ਨ। ਨਾ, ਇਹ ਇੰਸ਼ੋਰੈਂਸ ਡੈਂਸਿਟੀ ਦੀ ਡੈਫੀਨੇਸ਼ਨ ਹੈਗੀ ਹੈ, ਪੈਨੀਟ੍ਰੇਸ਼ਨ ਦੀ ਨਹੀਂ। ਪੈਨੀਟ੍ਰੇਸ਼ਨ ਦੇ ਵਿੱਚ ਪੋਪੂਲੇਸ਼ਨ ਦੀ ਥਾਂ ਤੇ GDP ਲਿਖਿਆ ਹੋਣਾ ਚਾਹੀਦਾ ਸੀ, ਹੈ ਨਾ, ਤਾਂ ਇਹ ਸਟੇਟਮੈਂਟ ਸਹੀ ਹੁੰਦੀ। ਬਟ ਇੱਥੇ ਲਿਖਿਆ ਹੋਇਆ ਪੋਪੂਲੇਸ਼ਨ, ਪੋਪੂਲੇਸ਼ਨ ਤਾਂ ਡੈਂਸਿਟੀ ਦੀ ਗੱਲ ਕਰ ਰਿਹਾ, ਪੈਨੀਟ੍ਰੇਸ਼ਨ ਦੀ ਨਹੀਂ। ਇਸੇ ਕਰਕੇ ਇਹ ਸਟੇਟਮੈਂਟ ਗਲਤ ਹੈਗੀ ਆਪਣੀ। ਤੇ ਕਰੈਕਟ ਆਪਸ਼ਨ ਇਜ਼ D। 15, what is a negative bond yield? Now negative bond yield ਕੀ ਹੁੰਦੀ ਹੈ? ਦੇਖੋ bond basically ਕੀ ਹੁੰਦਾ ਹੈ? Let's suppose ਮੈਂ 100 ਰੁਪਏ ਦਾ bond issue ਕਰ ਰਿਹਾ for 2 years, ਤਾਂ ਜਦ ਤੁਸੀਂ ਉਹ bond buy ਕਰੋਗੇ, ਤੁਸੀਂ ਮੈਨੂੰ 100 ਰੁਪਏ ਦੇ ਰਹੇ ਹੋ, ਤੇ after 2 years ਮੈਂ ਤੁਹਾਨੂੰ 107 ਰੁਪਏ ਵਾਪਸ ਕਰ ਰਿਹਾ।
ठीक है, 7 रुपीज उस बॉन्ड की यील्ड होगी ना। नेगेटिव यील्ड का मतलब की है कि तुसी मैनू 100 रुपए दिते हैं ते 2 साल बाद मैं तुहानू 95 रुपए दे रहा, ठीक है। इसका मतलब तुसी मैनू 100 रुपए दिते हैं पर तुहानू मैं मोड़ रहा 95 रुपीज, तो तुहानू 5 रुपए का लॉस हो रहा है। तो इत्थे यील्ड जिहड़ी जनरली पॉजिटिव हुंदी है, यील्ड इत्थे नेगेटिव है, -5 दी नेगेटिव बॉन्ड यील्ड। इन्वेस्टर रिसीव मोर मनी एट द बॉन्ड्स मैच्योरिटी देन द ओरिजिनल, ना ये तो पॉजिटिव यील्ड होगी। इन्वेस्टर्स रिसीव लेस मनी एट द बॉन्ड्स मैच्योरिटी देन द ओरिजिनल परचेज, बिल्कुल सही, दिस इज नेगेटिव बॉन्ड यील्ड। 16 द फियर इंडेक्स ऑफन सीन इन न्यूज़ इज रिलेटेड टू विच ऑफ द फॉलोइंग। देखो फियर इंडेक्स हैगा एक इहो जिहा इंडेक्स जिहड़ा मेजर करदा है कि लोकी स्टॉक मार्केट दे विच किन्ना फियर कर रहे हैं कि स्टॉक मार्केट गिर जानी है, उठ जानी है ना। कई बंदे हैगे हैं जिहड़े स्टॉक मार्केट दे विच पैसा गवा दिंदे हैं, क्योंकि जब स्टॉक मार्केट गिरदी है बथेरियां दे पैसे डुब जाते हैं, है ना। तो फियर इंडेक्स उसनू मेजर करता है, स्टॉक मार्केट दी वॉलेटिलिटी नू मेजर करता है। क्लियर, ठीक है, ये तुसी बस याद रखना, फियर इंडेक्स इज रिलेटेड टू स्टॉक मार्केट वॉलेटिलिटी। क्वेश्चन 17 द टर्म साइड पॉकेटिंग, ये भी रट्टे वाला क्वेश्चन है, तुसी याद रखना बस। साइड पॉकेटिंग एक टेक्निकल टर्म है जेड़ा म्यूचुअल फंड इंडस्ट्री दे विच यूज हुंदा, म्यूचुअल फंड मैनेजर्स करते हैं साइड पॉकेटिंग। हुण साइड पॉकेटिंग हुंदा की है, उस डेफिनेशन दे विच तुहानू जाण दी लोड़ नहीं, वो एक वखरी गल है, वो ज्यादा टाइम ले लूगी, ठीक है। इसे करके बस रट लो कि साइड पॉकेटिंग हुंदी है म्यूचुअल फंड इंडस्ट्री दी। क्लियर, म्यूचुअल फंड मैनेजर्स करते हैं बेसिकली साइड पॉकेटिंग। चलो, मार्केट कैपिटलाइजेशन इज द एग्रीगेट वैल्यूएशन ऑफ द कंपनी बेस्ड ऑन विच ऑफ द फॉलोइंग। ये आप डिस्कस कर चुके हैं कि मार्केट कैपिटलाइजेशन की होंदी है टोटल तुहाडे शेयर्स किन्ने हैं मार्केट दे विच मल्टीप्लाइड बाय देयर प्राइस, करंट शेयर प्राइस एंड आउटस्टैंडिंग स्टॉक्स। बिल्कुल, तुहाडे शेयर का प्राइस की चल रहा है ते टोटल तुहाडे शेयर्स किन्ने हैगे मार्केट दे विच, स्टॉक्स किन्ने हैगे, ठीक है। तां ए ऑप्शन हैगा। क्वेश्चन 19 माइक्रो फाइनेंस इज द प्रोविजन ऑफ फाइनेंशियल सर्विस टू द पीपल ऑफ लो इनकम ग्रुप्स। माइक्रो फाइनेंस ना तो ही पता लगता है, ये फाइनेंस हैगा छोटा फाइनेंस, छोटी क्वांटिटी का। जे मैं तुहानू लोन दे रहा 20,000 का, 30,000 का, 50,000 तो घट का लोन जे मैं तुहानू दे रहा, तो मैं तुहानू माइक्रो फाइनेंस प्रोवाइड कर रहा। तो माइक्रो फाइनेंस छोटे लोन्स की लोड़ तो लो इनकम ग्रुप्स नूं ही हुंदी है ना। दिस इंक्लूड्स बोथ द कंज्यूमर्स एंड सेल्फ एम्प्लॉयड। The services rendered under microfinance are microfinance institutions, companies, credit भी दिंदी है, saving facility भी दिंदी है, माइक्रो इंश्योरेंस भी प्रोवाइड करती हैं, ते एक थां तो दूजी थां तक जे तुहानू पैसे ट्रांसफर करने हैं वो फैसिलिटी भी प्रोवाइड कर दी है। तो चारे फैसिलिटीज आर प्रोवाइडेड अंडर माइक्रो फाइनेंस। डी Which of the following would include foreign direct investment? Foreign direct investment ਦੇ ਵਿੱਚ ਕੀ included ਹੈ? देखो foreign direct investment ਬਾਹਰਲਾ ਕੋਈ ਇਨਵੈਸਟਰ ਇੰਡੀਆ ਦੇ ਵਿੱਚ ਫੋਰਨ ਡਾਇਰੈਕਟ ਇਨਵੈਸਟਮੈਂਟ ਪਤਾ ਕਦ ਕਰਦਾ ਹੈ? ਜਦ ਉਹਨੂੰ ਇੰਡੀਆ ਦੇ ਵਿੱਚ ਬਿਜ਼ਨਸ ਕਰਨਾ ਹੈ। ਤਾਂ ਹੀ ਅਸੀਂ ਕਹਿੰਦੇ ਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਇਜ਼ ਮੋਰ ਸਟੇਬਲ, ਬਿਕੋਜ਼ ਇੱਕ ਤਾਂ ਬਾਹਰ ਦੇ ਇਨਵੈਸਟਰਸ ਨੇ ਜਿਹੜੇ ਇੰਡੀਆ ਦੀ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਕੇ ਸ਼ਾਰਟ ਟਰਮ ਪ੍ਰੋਫਿਟ ਕਮਾਉਣ ਵਾਸਤੇ ਆਏ ਹਨ, ਪਰ ਕੁਝ ਇਨਵੈਸਟਰਸ ਨੇ ਜਿਹੜੇ ਇੰਡੀਆ ਦੇ ਵਿੱਚ ਬਿਜ਼ਨਸ ਕਰਨ ਆਏ ਹਨ। फॉर एग्जाम्पल वॉलमार्ट अपने स्टोर्स खोलता है, मर्सिडीज अपना शोरूम खोलता है इंडिया दे विच, तो इंडिया दे विच शॉप सैटअप करना आए हैं, उसनूं असीं फॉरेन डायरैक्ट इन्वेस्टमेंट कहते हैं। तो जे वोडाफोन इंग्लैंड अपनी वोडाफोन इंडिया कंपनी सैटअप करता है, सब्सिडरी सैटअप करता है इंडिया दे विच, उसनूं असीं फॉरेन डायरैक्ट इन्वेस्टमेंट कहांगे। मेजॉरिटी फॉरेन इक्विटी होल्डिंग इन इंडियन कंपनी, जे वोडाफोन इंडिया दी कोई कंपनी है, मान लो इंडिया दी एक कंपनी हैगी है आइडिया, तो जे वोडाफोन आइडिया दे विच 60% शेयर्स खरीद लेना है तो उसनूं भी असी फॉरेन डायरेक्ट इन्वेस्टमेंट कहांगे। कंपनीज एक्सक्लूसिवली फाइनेंस्ड बाय फॉरेन कंपनीज, बिल्कुल ठीक है। जे इंडिया दे विच कोई कंपनी है विच इज एक्सक्लूसिवली फाइनेंस्ड बाय अ फॉरेन कंपनी, दैट इज आल्सो एफडीआई। पोर्टफोलियो इन्वेस्टमेंट ना, पोर्टफोलियो इन्वेस्टमेंट नूं तां असी फॉरेन एफपीआई कहंदे हैं या एफआईआई कहंदे हैं। एफपीआई ते एफआईआई इज कंप्लीट ऑपोजिट टू एफडीआई, ठीक है। तो इसका आंसर तां डी ही है। आगे चलते हैं 21 कंसिडर द फॉलोइंग स्टेटमेंट्स। म्यूचुअल फंड्स आर ओनली अलाउड टू इन्वेस्ट इन नॉन डेट इंस्ट्रूमेंट्स, ना म्यूचुअल फंड्स आर अलाउड टू इन्वेस्ट इन इक्विटी इंस्ट्रूमेंट्स एज वेल, इक्विटी यानी कि शेयर मार्केट, ते डेट इंस्ट्रूमेंट्स एज वेल, डेट भी दे सकते हैं म्यूचुअल फंड्स। एक गलत है, म्यूचुअल फंड्स आर रेगुलेटेड बाय सेबी, बिल्कुल सही, सेबी ही रेगुलेट करता है म्यूचुअल फंड्स। Which one of the following groups items is included in India's forex reserve? Now India ਦੇ ਜਿਹੜੇ forex reserves है ना,
ਉਸ ਦੇ ਵਿੱਚ 4 ਚੀਜ਼ਾਂ ਹੁੰਦੀਆਂ ਨੇ। ਗੋਲਡ ਇੰਡੀਆ ਦੇ ਫੋਰੈਕਸ ਰਿਜ਼ਰਵ ਦਾ ਪਾਰਟ ਹੈ। ਫੋਰਨ ਕਰੰਸੀ ਐਸੈਟਸ ਜਿੱਦਾਂ ਕਿ ਡਾਲਰ, ਪਾਉਂਡ ਵਗੈਰਾ ਜੇ ਆਰਬੀਆਈ ਕੋਲ ਪਏ ਹੈ ਤਾਂ ਉਹ ਆਰਬੀਆਈ ਦੇ ਫੋਰੈਕਸ ਰਿਜ਼ਰਵ ਦੇ ਵਿੱਚ ਹੈਗੇ ਆ। ਤੀਜਾ SDR ਸਪੈਸ਼ਲ ਡਰਾਇੰਗ ਰਾਈਟਸ ਤੇ ਚੌਥਾ RTP ਰਿਜ਼ਰਵ ਟ੍ਰਾਂਚ ਪੋਜੀਸ਼ਨ। ਦੁਬਾਰਾ ਰਿਪੀਟ ਕਰ ਰਹੇ ਹਾਂ, ਰਿਜ਼ਰਵ ਟ੍ਰਾਂਚ TRANCHE ਪੋਜੀਸ਼ਨ। ਠੀਕ ਹੈ, ਨਾਓ ਇਹ 4 ਕੰਪੋਨੈਂਟਸ ਹੈਗੇ ਫੋਰੈਕਸ ਰਿਜ਼ਰਵ ਦੇ। ਨਾਓ ਲੈਟਸ ਸੀ ਵਿਚ ਆਪਸ਼ਨ ਮੈਚਸ ਬੈਸਟ ਵਿਦ ਦਿਸ ਡਿਸਕ੍ਰਿਪਸ਼ਨ। ਫੋਰਨ ਕਰੰਸੀ ਐਸੈਟਸ, ਸਪੈਸ਼ਲ ਡਰਾਇੰਗ ਰਾਈਟਸ ਐਂਡ ਲੋਨਸ ਫਰਮ ਫੋਰਨ ਕੰਟਰੀ। ਨਾ ਲੋਨਸ ਨਹੀਂ ਹੁੰਦੇ। ਫੋਰਨ ਕਰੰਸੀ ਐਸੈਟਸ ਗੋਲਡ, ਹੋਲਡਿੰਗਸ ਆਫ RBI ਐਂਡ SDRs ਇਹ ਹੁੰਦਾ ਹੈ। ਫੋਰਨ ਕਰੰਸੀ ਐਸੈਟਸ ਲੋਨਸ ਹੁੰਦੇ ਹੀ ਨਹੀਂ। ਫੋਰਨ ਕਰੰਸੀ ਐਸੈਟਸ ਗੋਲਡ, ਹੋਲਡਿੰਗਸ ਆਫ RBI ਐਂਡ ਲੋਨਸ ਫਰਮ ਵਰਲਡ ਬੈਂਕ ਬਿਲਕੁਲ ਨਹੀਂ। ਫੋਰਨ ਕਰੰਸੀ ਐਸੈਟਸ ਹੋ ਗਏ, ਗੋਲਡ ਹੋ ਗਿਆ, ਹੋਲਡਿੰਗਸ ਆਫ RBI ਦੇ ਕੋਲ ਹੁੰਦੇ ਆ SDRs, ਇਹ ਮੈਚ ਕਰਦਾ। ਤਾਂ ਆਪਸ਼ਨ B is correct. The term bull market and bear market is associated with which branch of commercial activity? ਜੇ ਤੁਹਾਡੀ ਸ਼ੇਅਰ ਮਾਰਕੀਟ ਵੱਧ ਰਹੀ ਹੈ, ਸ਼ੇਅਰ ਸੈਂਸੈਕਸ ਉੱਠ ਰਿਹਾ ਹੈ, ਤਾਂ ਉਸ ਨੂੰ ਅਸੀਂ ਕਹਿੰਦੇ ਆ ਬੁੱਲ ਮਾਰਕੀਟ। ਤੇ ਜੇ ਸਟਾਕ ਮਾਰਕੀਟ ਤੁਹਾਡੀ ਗਿਰ ਰਹੀ ਹੈ ਨਾ, ਉਸ ਨੂੰ ਅਸੀਂ ਕਹਿੰਦੇ ਆ ਬੇਅਰ ਮਾਰਕੀਟ। ਸਟਾਕ ਮਾਰਕੀਟ ਜਦ ਤੁਹਾਡੀ ਉੱਠ ਰਹੀ ਹੈ ਨਾ ਤਾਂ ਸਾਰੇ ਬੰਦੇ ਪੈਸਾ ਕਮਾ ਰਹੇ ਆ, ਉਸ ਨੂੰ ਕਹਿੰਦੇ ਆ ਬੁਲਿਸ਼ ਹੋ ਗਈ ਸਟਾਕ ਮਾਰਕੀਟ। ਤੇ ਜਦ ਸਟਾਕ ਮਾਰਕੀਟ ਗਿਰ ਰਹੀ ਹੁੰਦੀ ਹੈ, ਸਾਰੇ ਬੰਦਿਆਂ ਦਾ ਪੈਸਾ ਡੁੱਬ ਰਿਹਾ ਹੈ, ਤਾਂ ਉਸ ਨੂੰ ਅਸੀਂ ਬੇਅਰਿਸ਼ ਮਾਰਕੀਟ ਕਹਿੰਦੇ ਆ। ਤਾਂ ਬੁੱਲ ਤੇ ਬੇਅਰ ਮਾਰਕੀਟ ਇਜ਼ ਰਿਲੇਟਡ ਟੂ ਸ਼ੇਅਰ ਮਾਰਕੀਟ, ਕਲੀਅਰ ਕੱਟ। ਠੀਕ ਹੈ, ਯਾਦ ਰੱਖਿਓ। ਸਟਾਕ ਮਾਰਕੀਟ ਇਨ ਵਿਚ ਆਲਰੇਡੀ ਇਸ਼ੂਡ ਸਟਾਕਸ ਆਰ ਰੀਸੋਲਡ ਐਂਡ ਰੀਬੌਟ। ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਜੇ ਟਾਟਾ ਪਾਵਰ ਦੇ ਸ਼ੇਅਰਸ ਟਾਟਾ ਪਾਵਰ ਆਪ ਵੇਚ ਰਿਹਾ ਪਹਿਲੀ ਵਾਰੀ, ਪ੍ਰਾਇਮਰੀ ਮਾਰਕੀਟ, ਤੇ ਜਦ ਮੈਂ ਟਾਟਾ ਪਾਵਰ ਦੇ ਸ਼ੇਅਰ ਟਾਟਾ ਪਾਵਰ ਤੋਂ ਖਰੀਦ ਕੇ ਅੱਗੇ ਕਿਸੇ ਤੀਜੇ ਬੰਦੇ ਨੂੰ ਦੇ ਰਿਹਾ, ਉਹ ਤੀਜਾ ਕਿਸੇ ਚੌਥੇ ਬੰਦੇ ਨੂੰ ਦੇ ਰਿਹਾ, ਉਹ ਚੌਥਾ ਕਿਸੇ ਪੰਜਵੇਂ ਬੰਦੇ ਨੂੰ ਦੇ ਰਿਹਾ, ਉਸ ਨੂੰ ਅਸੀਂ ਸੈਕੰਡਰੀ ਮਾਰਕੀਟ ਕਹਾਂਗੇ। when stocks are resold and rebought, already issued stocks, ਇਸ ਨੂੰ ਸੈਕੰਡਰੀ ਮਾਰਕੀਟ ਕਹਿੰਦੇ ਆ ਅਸੀਂ। ਠੀਕ ਹੈ, and last, bonds that does not pay any interest rate are considered as। now ਮੈਂ ਤੁਹਾਨੂੰ ਬੌਂਡ ਦਾ ਐਗਜ਼ਾਮਪਲ ਦੱਸਿਆ ਸੀ ਨਾ ਕਿ ਜੇ ਮੈਂ 100 ਰੁਪਏ ਦਾ ਬੌਂਡ ਇਸ਼ੂ ਕਰ ਰਿਹਾ, ਠੀਕ ਹੈ, ਤੇ ਮੈਂ ਕਹਿ ਰਿਹਾ ਕਿ ਤੁਸੀਂ ਅੱਜ ਮੈਨੂੰ 100 ਰੁਪਏ ਦਿਓ ਤੇ 2 ਸਾਲ ਬਾਅਦ ਮੈਂ ਤੁਹਾਨੂੰ 107 ਰੁਪਏ ਦੇ ਦੇਵਾਂਗਾ। ਠੀਕ ਹੈ ਨਾ, ਉਸ 107 ਰੁਪਏ ਦੀ ਪੇਮੈਂਟ ਮੈਂ ਇਸ ਤਰ੍ਹਾਂ ਵੀ ਕਰ ਸਕਦਾ ਕਿ ਹਰ ਮਹੀਨੇ ਮੈਂ ਤੁਹਾਨੂੰ 50 ਪੈਸੇ ਦੇ ਰਿਹਾ। ਠੀਕ ਹੈ, 50 ਪੈਸਾ 50 ਪੈਸਾ 50 ਪੈਸਾ, ਤੇ ਆਫਟਰ 14 ਮੰਥਸ ਮੈਂ ਤੁਹਾਨੂੰ 100 ਰੁਪਏ ਪੂਰਾ ਮੋੜ ਰਿਹਾ। ਇਹਨਾਂ ਨੂੰ ਅਸੀਂ ਕਹਿੰਦੇ ਆ ਇੰਟਰਸਟ ਬੇਅਰਿੰਗ ਬੌਂਡ, ਕਿਉਂਕਿ ਹਰ ਮਹੀਨੇ ਮੈਂ ਇੰਟਰਸਟ ਪੇ ਕਰ ਰਿਹਾ। ਇਸ ਨੂੰ ਅਸੀਂ ਕਹਿੰਦੇ ਕੂਪਨ ਬੌਂਡਸ। ਤੇ ਜੇ ਮੈਂ ਬੌਂਡ ਇਸ਼ੂ ਕਰ ਰਿਹਾ ਤੇ ਮੈਂ ਕਹਿ ਰਿਹਾ ਇਹ 2 ਸਾਲ ਦੇ ਪੀਰੀਅਡ ਦੇ ਦੌਰਾਨ ਮੈਂ ਕੋਈ ਪੇਮੈਂਟ ਨਹੀਂ ਕਰਨੀ, 2 ਸਾਲ ਖਤਮ ਹੋਣ ਤੋਂ ਬਾਅਦ ਆਫਟਰ 2 ਇਅਰਸ ਹੀ ਮੈਂ ਇਕੱਠੇ 107 ਰੁਪਏ ਦੇ ਰਿਹਾ। ਅੱਜ ਤੁਸੀਂ ਮੈਨੂੰ 100 ਰੁਪਏ ਦਿਓ, ਮੈਂ 2 ਸਾਲ ਕੋਈ ਪੇਮੈਂਟ ਨਹੀਂ ਕਰ ਰਿਹਾ, 2 ਸਾਲ ਬਾਅਦ ਇਕੱਠੀ ਮੈਂ 107 ਰੁਪਏ ਦੀ ਪੇਮੈਂਟ ਕਰਾਂਗਾ। ਉਸ ਨੂੰ ਅਸੀਂ ਕਹਿੰਦੇ ਆ ਜ਼ੀਰੋ ਕੂਪਨ ਬੌਂਡਸ, ਕੂਪਨ ਨਹੀਂ ਕੱਟ ਰਿਹਾ ਕੋਈ। ਠੀਕ ਹੈ, ਤਾਂ ਇਸ ਕੁਐਸਚਨ ਦਾ ਆਨਸਰ ਹੈਗਾ B। Alright, चलो फिर आज दे set of MCQ साडे खत्म होंदे हैं। I hope you like the lecture and I hope it added some value to your some value to your examination, to your preparation for your examination. Alright then, that's it from my side, guys. I'll see you next time with another set of MCQs. Thank you.